ਹਰਮੀਤ ਨੇ ਲਿਖਿਆ ਹੈ। ਮੋਹਨ ਘਰ ਆਵੋ ਕਰਉ ਜੋਦਰੀਆ, ਮਾਨ ਕਰਉ ਅਭਿਮਾਨੈ ਬੋਲਉ, ਭੂਲ ਚੂਕ ਤੇਰੀ ਪ੍ਰੇਚਰੀਆ। ਨਿਕਟ ਸੁਨੋ ਅਰ ਪੇਖੋ ਨਾਹੀ, ਭਰਮ ਭਰਮ ਦੁਖ ਭਰੀਆ। ਹੋਏ ਕਿਰਪਾਲ ਗੁਰ ਲਾਹੇ ਪਾਰ ਦੋ, ਮਿਲੋ ਲਾਲ ਮਨ ਹਰੀਆ। ਇਹੋ ਹੀ ਸੁਦਾਮਾ ਕਹਿ ਰਿਹਾ ਸੀ ਨਾ, ਮੋਹਨ ਘਰ ਆਵੋ ਕਰੋ ਜੋਦਰੀਆ। ਮੈਂ ਜੋਦੜੀ ਕਰਦਾ ਹਾਂ, ਬੇਨਤੀ ਕਰਦਾ ਹਾਂ, ਅਰਦਾਸ ਕਰਦਾ ਹਾਂ ਵੀ ਤੁਸੀਂ ਮੇਰੇ ਘਰ ਆਵੋ। ਇਹੋ ਚਾਹੁੰਦਾ ਸੀ ਨਾ ਸੁਦਾਮਾ ਵੀ ਕ੍ਰਿਸ਼ਨ ਮੇਰੇ ਘਰ ਆਵੇ। ਪਰ ਕ੍ਰਿਸ਼ਨ ਹਨ ਉਹ ਆ ਹੀ ਨਹੀਂ ਰਹੇ ਹਨ। ਕੀ ਗੱਲ ਕ੍ਰਿਸ਼ਨ ਨੂੰ ਪ੍ਰੇਮ ਨਾ ਹੋਵੇਗਾ ਸੁਦਾਮੇ ਨਾਲ? ਨਹੀਂ, ਕ੍ਰਿਸ਼ਨ ਦਾ ਪ੍ਰੇਮ ਗਹਿਰਾ ਹੈ। ਸੁਦਾਮੇ ਦਾ ਪ੍ਰੇਮ ਬਾਹਰੀ ਹੈ, ਮੈਂ ਦੇ ਤਲ ਤੇ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ, ਕਿਉਂਕਿ ਸਤਿਪੁਰਖ ਦਾ ਪ੍ਰੇਮ ਬਾਹਰੀ ਨਹੀਂ ਹੁੰਦਾ, ਬਾਹਰੋਂ ਦੇਖ ਕੇ ਨਹੀਂ ਹੁੰਦਾ। ਉਹ ਅੰਦਰੂਨੀ ਹੈ, ਗਹਿਰਾ ਹੈ, ਆਤਮਿਕ ਤਲ 'ਤੇ ਹੈ। ਇਸ ਕਰਕੇ ਉਹਨੂੰ ਸਾਧਕ ਪਕੜ ਵੀ ਨਹੀਂ ਪਾਉਂਦਾ ਹੈ ਅਤੇ ਸਮਝ ਵੀ ਨਹੀਂ ਪਾਉਂਦਾ ਹੈ। ਅਤੇ ਸਾਧਕ ਦਾ ਜਾਂ ਭਗਤ ਦਾ ਪ੍ਰੇਮ ਬਾਹਰੀ ਹੈ, ਮੈਂ ਦੇ ਤਲ 'ਤੇ ਹੈ। ਭਗਤ ਕਹਿੰਦਾ ਹੈ ਵੀ ਮੈਂ ਪ੍ਰੇਮ ਕਰਦਾ ਹਾਂ, ਜਿਵੇਂ ਸੁਦਾਮਾ ਕਹਿ ਰਿਹਾ ਹੈ ਵੀ ਮੈਂ ਕ੍ਰਿਸ਼ਨ ਦੇ ਨਾਲ ਪ੍ਰੇਮ ਕਰਦਾ ਹਾਂ। ਕ੍ਰਿਸ਼ਨ ਐਸਾ ਨਹੀਂ ਕਹਿਣਗੇ, ਉਹ ਕਹਿਣਗੇ ਪ੍ਰੇਮ ਹੈ, ਮੈਂ ਇੱਥੇ ਖੋ ਗਈ, ਸਿਰਫ ਪ੍ਰੇਮ ਹੀ ਪ੍ਰੇਮ ਰਹਿ ਗਿਆ। ਜਤਰ ਕਤਰ ਦਿਸਾ ਵਿਸਾ ਫੈਲਿਓ ਅਨੁਰਾਗ, ਚਾਰੇ ਪਾਸੇ ਹੀ ਫੈਲਿਆ ਹੋਇਆ। ਕੇਂਦਰ ਬਿੰਦੂ ਖੋ ਗਿਆ, ਇਸ ਕਰਕੇ ਸਾਰਿਆਂ ਨਾਲ ਹੀ ਹੋ ਗਿਆ ਅੰਦਰੋਂ। ਅਤੇ ਬਾਹਰੋਂ ਸਾਰਿਆਂ ਨਾਲ ਨਹੀਂ ਹੋ ਸਕਦਾ ਹੈ, ਕਿਉਂਕਿ ਬਾਹਰ ਤਾਂ ਦਵੈਤ ਹੈ ਨਾ, ਭਿੰਨ ਭੇਦ ਰਹੇਗਾ ਹੀ ਰਹੇਗਾ। ਕਈ ਧਾਰਮਿਕ ਲੋਕ ਕਹਿੰਦੇ ਵੀ ਹਨ ਵੀ ਸਾਰਿਆਂ ਨਾਲ ਪ੍ਰੇਮ ਕਰੋ, ਗੁਰੂਆਂ ਨੇ ਕਿਹਾ ਹੈ। ਨਹੀਂ, ਬਾਹਰੋਂ ਸਾਰਿਆਂ ਨਾਲ ਨਹੀਂ ਹੋ ਸਕਦਾ। ਮੈਂ ਦੇ ਤਲ 'ਤੇ, ਹਾਂ ਦੇ ਤਲ 'ਤੇ। ਫਿਰ ਇਹ ਜਿਹੜਾ ਬਾਹਰੀ ਪ੍ਰੇਮ ਹੈ ਇਹ ਬੰਧਨ ਹੈ। ਬੰਧਨ ਕਿਉਂ ਹੈ? ਕਿ ਇਹ ਹਉਂ ਵਧਾਉਂਦਾ ਹੈ। ਪਰਮਾਰਥਿਕ ਪ੍ਰੇਮ ਜਿਹੜਾ ਹੈ ਉਹ ਹਉਂ ਨੂੰ ਮਿਟਾਉਂਦਾ ਹੈ। ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਅਤੇ ਜਿਹੜਾ ਬਾਹਰੀ ਪ੍ਰੇਮ ਹੈ ਇਹਦੇ ਵਿੱਚ ਦਵੈਤ ਬਣੀ ਰਹਿੰਦੀ ਹੈ, ਇਸ ਕਰਕੇ ਦੁੱਖ ਸੁੱਖ ਬਣਿਆ ਰਹਿੰਦਾ ਹੈ। ਅਤੇ ਜਿਵੇਂ ਸਾਧਕ ਡੋਲਦਾ ਹੈ ਨਾ, ਸਾਧਕ ਦਾ ਮਨ ਡੋਲਦਾ ਹੈ, ਇੱਦਾਂ ਹੀ ਭਗਤ ਦਾ ਮਨ ਵੀ ਡੋਲਦਾ ਰਹਿੰਦਾ ਹੈ। ਕਦੀ ਪ੍ਰੇਮ ਦੇ ਵਿੱਚ ਜਾਂਦਾ ਹੈ, ਕਦੀ ਕਿਰੜਾਂ ਦੇ ਵਿੱਚ ਜਾਂਦਾ ਹੈ, ਕਿਉਂਕਿ ਬਾਹਰ ਹੀ ਹੈ ਨਾ। ਅਤੇ ਜਦੋਂ ਕਿਰੜਾਂ ਦੇ ਵਿੱਚ ਜਾਂਦਾ ਹੈ, ਨੈਗੇਟਿਵ ਪੱਖ ਵਿੱਚ ਚਲੇ ਜਾਂਦਾ ਹੈ, ਫਿਰ ਦੁੱਖ ਪਾਉਂਦਾ ਹੈ। ਫਿਰ ਜਦੋਂ ਪੋਜ਼ੀਟਿਵ ਪੱਖ ਦੇ ਵਿੱਚ ਚਲੇ ਜਾਂਦਾ ਹੈ, ਫਿਰ ਉਹਨੂੰ ਰਸ ਮਿਲਦਾ ਹੈ ਅਤੇ ਡੋਲਦਾ ਹੈ ਮਨ। ਤਦੇ ਕਿਹਾ ਨਾ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰ ਭਗਤ ਤੇ ਕਹਿੰਦਾ ਹੈ ਨਾ ਵੀ ਮਨ ਨੂੰ ਡੋਲਣ 'ਤੇ ਰੱਖ ਲਓ। ਪਰ ਜਿੰਨਾ ਚਿਰ ਮਨ ਹੈ ਉਨਾ ਚਿਰ ਇਹ ਡੋਲਦਾ ਹੀ ਰਹੇਗਾ।
ਤੇ ਸਤਿਗੁਰੂ ਜਿਹੜਾ ਹੈ ਉਹ ਮਨ ਨੂੰ ਮਿਟਾਉਂਦਾ ਹੈ। ਜਿਵੇਂ ਹੁਣ ਸੁਦਾਮਾ ਇੱਕ ਪੱਖ ਦੇ ਵਿੱਚ ਤੇ ਜੋਦੜੀ ਕਰਦਾ ਹੈ, ਮਿੰਨਤ ਕਰਦਾ ਹੈ, ਅਰਦਾਸ ਕਰਦਾ ਹੈ ਵੀ ਤੂੰ ਮੇਰੇ ਘਰ ਆ, ਮੇਰੇ ਤੇ ਤਰਸ ਖਾ, ਮੇਰੀ ਹਾਲਤ ਦੇਖ, ਮੈਂ ਅੰਦਰੋਂ ਬਾਹਰੋਂ ਬਿਲਕੁਲ ਦਰਿਦਰ ਹੋ ਗਿਆ। ਪਰ ਦੂਸਰੇ ਪੱਖ ਦੇ ਵਿੱਚ ਮਨ ਹੋਰ ਖਿਆਲ ਵੀ ਸੋਚੀ ਬੈਠਾ ਹੈ ਵੀ ਅਗਰ ਕ੍ਰਿਸ਼ਨ ਮੇਰੇ ਘਰ ਆਉਣਗੇ ਤੇ ਲੋਕਾਂ ਨੂੰ ਪਤਾ ਲੱਗੂਗਾ ਵੀ ਮੈਂ ਕਿੱਡਾ ਕੁ ਵੱਡਾ ਭਗਤ ਹਾਂ। ਦੇਖੋ ਮੇਰਾ ਕਿੰਨਾ ਪ੍ਰੇਮ ਹੈ ਕ੍ਰਿਸ਼ਨ ਨਾਲ। ਕ੍ਰਿਸ਼ਨ ਮੇਰੇ ਘਰ ਆਏ ਹਨ ਤੇ ਮੇਰੀ ਵਡਿਆਈ ਹੋਊਗੀ। ਭਗਤ ਵੀ ਵਡਿਆਈ ਚਾਹੁੰਦਾ ਹੀ ਹੈ ਨਾ। ਤੇ ਪਤਾ ਤੇ ਲੱਗੇ 4 ਬੰਦਿਆਂ ਨੂੰ 6 ਬੰਦਿਆਂ ਨੂੰ, ਜਿਵੇਂ ਪਿੱਛੇ ਜਿਹੇ ਕਹਿ ਰਿਹਾ ਸੀ ਇੱਕ ਸਾਧਕ, ਉਹੀ ਹੰਕਾਰ ਪਤਾ ਲਾਉਣਾ ਚਾਹੁੰਦਾ ਹੈ ਨਾ। ਹੰਕਾਰ ਮਿਟਣਾ ਥੋੜ੍ਹੀ ਚਾਹੁੰਦਾ ਹੈ। ਮੋਹਨ ਨੂੰ ਘਰ ਸੱਦ ਕੇ ਵੀ ਹੰਕਾਰ ਦੀ ਪੂਰਤੀ ਕਰ ਰਿਹਾ ਹੈ, ਕਰਨਾ ਚਾਹੁੰਦਾ ਹੈ ਇਹ ਮਨ। ਪਰ ਕ੍ਰਿਸ਼ਨ ਤੇ ਜਾਣਦੇ ਹੀ ਹਨ ਵੀ ਸੁਦਾਮਾ ਚਾਹੁੰਦਾ ਹੈ ਵੀ ਕ੍ਰਿਸ਼ਨ ਆਉਣਗੇ ਮੇਰੇ ਘਰ, ਫਿਰ 4 ਚੁਫੇਰੇ ਕਿੰਨਾ ਜਸ ਹੋਊ, ਵਡਿਆਈ ਹੋਊ। ਫਿਰ ਲੋਕ ਸੁਦਾਮੇ ਘਰ ਆਉਣੇ ਸ਼ੁਰੂ ਹੋ ਜਾਣਗੇ। ਇਹਦੀ ਤੇ ਪਹੁੰਚ ਉੱਪਰ ਰਾਜੇ ਤੱਕ। ਜਿਵੇਂ ਤੁਹਾਡੇ ਘਰ ਕੋਈ ਦੇਸ਼ ਦਾ ਵੱਡਾ ਨੇਤਾ ਆ ਜਾਵੇ ਤੇ ਆਲੇ ਦੁਆਲੇ ਦੇ ਸਾਰੇ ਲੋਕ ਤੁਹਾਨੂੰ ਜ਼ਿਆਦਾਤਰ ਸਲਾਮ ਕਰਨ ਲੱਗ ਜਾਂਦੇ ਹਨ ਵੀ ਇਹਦੀ ਉੱਤੇ ਤੱਕ ਪਹੁੰਚ ਹੈ ਬਈ। ਇੱਦਾਂ ਹੀ ਸੁਦਾਮਾ ਵੀ ਸੋਚਦਾ ਹੋਊਗਾ। ਪਰ ਕ੍ਰਿਸ਼ਨ ਤੇ ਜਾਣਦੇ ਹੀ ਸਨ ਨਾ ਵੀ ਇਹ ਹੰਕਾਰ ਦੀ ਪੂਰਤੀ ਕਰਨਾ ਚਾਹੁੰਦਾ ਹੈ। ਇਹੋ ਹੀ ਫਰਕ ਹੈ। ਦੁਨਿਆਵੀ ਪ੍ਰੇਮ ਕਰਨ ਵਾਲਾ ਹੰਕਾਰ ਦੀ ਪੂਰਤੀ ਕਰਦਾ ਹੈ, ਅਗਲੇ ਦੀ ਵਡਿਆਈ ਕਰਦਾ ਹੈ, ਜਸ ਕਰਦਾ ਹੈ ਤੇ ਆਪਣਾ ਵੀ ਕਰਾਉਂਦਾ ਹੈ। ਪਰ ਸਤਿਪੁਰਖ ਜਿਹੜੇ ਹਨ ਨਾ, ਉਹ ਹੰਕਾਰ ਦੀ ਪੂਰਤ ਨਹੀਂ ਕਰਦੇ ਹਨ, ਉਹ ਹੰਕਾਰ ਨੂੰ ਮਿਟਾਉਂਦੇ ਹਨ। ਕਿਉਂਕਿ ਹੰਕਾਰ ਹੀ ਸਾਰਿਆਂ ਨੂੰ ਵੱਡਾ ਰੋਗ ਹੈ ਤੇ ਇਹੋ ਹੀ ਬੰਧਨ ਹੈ, ਸਾਰੇ ਦੁੱਖਾਂ ਦਾ ਘਰ ਹੈ। ਭਾਵ ਕਿ ਦੁੱਖਾਂ 'ਚੋਂ ਕੱਢਦੇ ਹਨ ਸਤਿਪੁਰਖ, ਸਤਿਗੁਰੂ ਕਹਿ ਲਓ। ਇਸ ਕਾਰਨ ਉਹ ਭਗਤ ਦਾ ਭਲਾ ਕਰਦੇ ਹਨ। ਪਰ ਸੁਦਾਮੇ ਨੂੰ ਥੋੜ੍ਹੀ ਦਿਖ ਰਿਹਾ ਸੀ ਵੀ ਮੇਰਾ ਭਲਾ ਹੀ ਕਰ ਰਹੇ ਹਨ, ਮੇਰੇ ਕੋਲ ਨਹੀਂ ਆ ਰਹੇ ਹਨ। ਫਿਰ ਜਦੋਂ ਬਹੁਤ ਲੰਮੀ ਉਡੀਕ ਕੀਤੀ, ਬੜੀਆਂ ਜੋਦੜੀਆਂ ਕੀਤੀਆਂ, ਅਰਦਾਸਾਂ ਕੀਤੀਆਂ, ਨਹੀਂ ਆਏ, ਜ਼ਿਆਦਾ ਹੀ ਦਰਿਦਰ ਹੋ ਗਿਆ। ਫਿਰ ਘਰ ਵਾਲੀ ਨੇ ਤੋਰਿਆ ਵੀ ਉਹ ਤੇ ਨਹੀਂ ਆਉਂਦਾ ਹੈ ਤੇਰੇ ਕੋਲ, ਤੂੰ ਤੇ ਜਾ ਹੀ ਸਕਦਾ ਹੈ ਨਾ। ਤੂੰ ਕਹਿੰਦਾ ਬੜਾ ਮਿੱਤਰ ਹੈ ਮੇਰਾ, ਬਚਪਨ ਦਾ ਦੋਸਤ ਹੈ, ਸਖਾ ਹੈ, ਤੇ ਤੂੰ ਜਾ ਕੇ ਉੱਥੇ ਹੀ ਆਪਣੀ ਹਾਲਤ ਦਿਖਾ ਤੇ ਨਾਲੇ ਬਿਆਨ ਕਰ। ਭਗਤ ਨੂੰ ਹੀ ਆਉਣਾ ਪੈਂਦਾ ਹੈ। ਜਿਵੇਂ ਫਕੀਰਾਂ ਦੀ ਕਹਾਵਤ ਹੈ ਨਾ ਵੀ ਫਕੀਰ ਸਮਰਾਟ ਕੋ ਨਾ ਜਾਵੇ, ਸਮਰਾਟ ਹੀ ਫਕੀਰ ਕੋ ਆਵੇ। ਕਿਉਂਕਿ ਫਕੀਰ ਸਮਰਾਟ ਕੋ ਜਾਵੇਗਾ, ਸਮਰਾਟ ਦਾ ਹੰਕਾਰ ਵਧੇਗਾ, ਅਤੇ ਹਉਂ ਨੂੰ ਫਕੀਰ ਵਧਾਉਂਦੇ ਥੋੜ੍ਹੀ ਹਨ। ਇਵੇਂ ਹੀ ਸਾਧਕ ਦੀ ਹਉਂ ਮਿਟਾਉਣੀ ਹੈ। ਫਿਰ ਵੀ ਸੁਦਾਮਾ ਗਿਆ, ਪੂਰੇ ਮਨ ਨਾਲ ਨਹੀਂ ਗਿਆ ਹੈ। ਘਰ ਵਾਲੀ ਨੇ ਜ਼ਿਆਦਾ ਕਿਹਾ ਹੋਵੇਗਾ, ਚਲੇ ਗਿਆ ਅਤੇ ਹੰਕਾਰ ਮਿਟਿਆ ਨਹੀਂ ਨਾ। ਅਤੇ ਰਸਤੇ ਦੇ ਵਿੱਚ ਵੀ ਸੋਚਦਾ ਜਾਂਦਾ ਹੋਵੇਗਾ ਵੀ ਚਲੋ ਵੀ ਥੋੜ੍ਹਾ ਬਹੁਤਾ ਧਨ ਪਦਾਰਥ ਹੀ ਦੇ ਦੇਵੇਗਾ, ਨਾ ਸਿਆਣੇਗਾ ਅਤੇ ਨਾ ਸਹੀ ਮੈਂ ਆਪਣੀ ਬਾਹਰੋਂ ਦਰਿਦਰਤਾ ਦਿਖਾ ਦੂੰਗਾ। ਅਤੇ ਅੰਦਰੋਂ ਅੰਦਰ ਸੋਚਦਾ ਸੀ, ਖਿਆਲ ਸੀ ਉਹਨੂੰ ਵੀ ਬਹੁਤਾ ਨਹੀਂ, ਕਿਉਂਕਿ ਜਿਹੜਾ ਮਿੱਤਰ ਬਹੁਤ ਵੱਡੇ ਅਹੁਦੇ 'ਤੇ ਪਹੁੰਚ ਜਾਵੇ, ਤੁਸੀਂ ਵੀ ਅਕਸਰ ਦੇਖਿਆ ਹੈ ਸੰਸਾਰਿਕ ਤਲ 'ਤੇ, ਤੋ
ਬਾਅਦ ਵਿੱਚ ਵੈਸੇ ਨਹੀਂ ਮਿਲਦਾ ਹੈ ਆਮ ਸਧਾਰਨ ਦੋਸਤ, ਕਿਉਂਕਿ ਉਹਦੀ ਆਕੜ ਹੋ ਜਾਂਦੀ ਹੈ ਨਾ। ਤਿਵੇਂ ਸੁਦਾਮੇ ਨੇ ਸੋਚਿਆ ਸੀ, ਪਰ ਉਹਨੂੰ ਉਹ ਜਾਣਦਾ ਨਹੀਂ ਸੀ ਨਾ ਵੀ ਉਹ ਮਿੱਤਰ ਐਸਾ ਨਹੀਂ ਹੈ। ਤੇ ਸੁਦਾਮੇ ਨੇ ਜਿੰਨਾ ਸੋਚਿਆ ਵੀ ਨਹੀਂ ਸੀ, ਖਿਆਲ ਵਿੱਚ ਵੀ ਨਹੀਂ ਸੀ, ਉਸ ਤੋਂ ਵੱਧ ਕ੍ਰਿਸ਼ਨ ਨੇ ਪ੍ਰੇਮ ਦਿਖਾ ਲਿਆ। ਉਹ ਦਿਖਾ ਲਿਆ ਐਸੇ ਕਰਕੇ ਵੀ ਤੂੰ ਨਾ ਕਵੀ, ਤੂੰ ਨਾ ਸੋਚੀ ਕਿ ਮੈਂ ਬਹੁਤ ਮਹਾਨ ਹੋ ਗਿਆ, ਨਹੀਂ, ਮੇਰਾ ਅੰਦਰੋਂ ਪ੍ਰੇਮ ਵੈਸੇ ਹੀ ਹੈ ਜੈਸੇ ਬਚਪਨ ਦੇ ਵਿੱਚ ਸੀ। ਤੂੰ ਮੇਰਾ ਸਖਾ ਹੀ ਹੈ, ਅਤੇ ਸਖੇ ਵਾਂਗੂ ਹੀ, ਸਖੇ ਨੂੰ ਵੀ ਵੱਧ ਵਿਵਹਾਰ ਕੀਤਾ। ਫਿਰ ਸੁਦਾਮੇ ਨੇ ਵੀ ਕ੍ਰਿਸ਼ਨ ਦਾ ਪ੍ਰੇਮ ਦੇਖਿਆ ਵੀ ਵਾਸਤਵਿਕ ਦੇ ਵਿੱਚ ਕੈਸਾ ਹੁੰਦਾ ਹੈ। ਤੁਹਾਨੂੰ ਤਾਂ ਪਤਾ ਹੀ ਨਹੀਂ ਸੀ ਨਾ। ਫਿਰ ਦੇਖੋ ਕ੍ਰਿਸ਼ਨ ਨੇ ਇੰਨਾ ਪ੍ਰੇਮ ਕੀਤਾ, ਪਰ ਸੁਦਾਮੇ ਦੀ ਹਉਂ ਜਿਹੜੀ ਹੈ ਉਹ ਮਰੀ ਨਹੀਂ ਹੈ। ਉੱਥੇ ਪੂਰਾ ਖੋਲ੍ਹਿਆ ਨਹੀਂ, ਆਪਣੇ ਆਪ ਨੂੰ ਪ੍ਰਗਟ ਨਹੀਂ ਕੀਤਾ ਹੈ, ਆਪਣੀ ਯਥਾਰਥਤਾ ਦੱਸੀ ਨਹੀਂ ਹੈ। ਜਿਵੇਂ ਘਰ ਵਾਲੀ ਨੇ ਕਿਹਾ ਸੀ ਵੀ ਉੱਥੇ ਜਾ ਕੇ ਆਪਣੀ ਦਰਿਦਰਤਾ ਗਰੀਬੀ ਦੱਸੀ, ਉਹ ਨਹੀਂ ਦੱਸੀ ਹੈ। ਕਿਉਂ ਨਹੀਂ ਦੱਸੀ? ਉਹ ਅਹੰ ਭਾਵ ਕਰਕੇ ਕਿ ਕ੍ਰਿਸ਼ਨ ਕੀ ਕਹੂਗਾ ਵੀ ਇਹ ਕੁਛ ਵੀ ਨਹੀਂ। ਨਾਲੇ ਉਹ ਕੁਛ ਮੰਗਣਾ ਨਹੀਂ ਸੀ ਨਾ ਚਾਹੁੰਦਾ, ਮੰਗਣ ਨਾਲ ਵੀ ਹੰਕਾਰ ਮਿਟਦਾ। ਉੱਥੇ ਤੇ ਅਰਦਾਸਾਂ ਕਰਦਾ ਸੀ ਮੰਗਣ ਦੀਆਂ, ਦੇਖੋ, ਪਰ ਜਦੋਂ ਸਾਹਮਣੇ ਆ ਗਿਆ ਹੈ ਉਦੋਂ ਉਹ ਮੰਗ ਹੀ ਨਹੀਂ ਰਿਹਾ ਹੈ। ਆਖਰਕਾਰ ਕੁਛ ਦਿਨ ਮਹਿਲ ਦੇ ਵਿੱਚ ਰਹਿ ਕੇ ਜਦੋਂ ਉਹ ਵਾਪਸ ਆਪਣੇ ਨਗਰ ਨੂੰ ਮੁੜਿਆ ਹੈ, ਅਤੇ ਰਸਤੇ 'ਚ ਫਿਰ ਪਰੇਸ਼ਾਨ ਹੋ ਗਿਆ ਸੋਚ ਸੋਚ ਕੇ ਵੀ ਘਰ ਵਾਲੀ ਨੂੰ ਕੀ ਕਹੂੰਗਾ ਮੈਂ, ਵੀ ਜਿਹੜੇ ਕੰਮ ਲਈ ਉਹਨੇ ਭੇਜਿਆ ਸੀ, ਜੋ ਕਹਿ ਕੇ ਸਮਝਾ ਕੇ ਬੁਝਾ ਕੇ ਭੇਜਿਆ ਸੀ ਵੀ ਇਹ ਕਹੀਂ ਕ੍ਰਿਸ਼ਨ ਤੂੰ ਆਪ ਮੰਗ ਲੈ, ਤੂੰ ਤਾਂ ਮੰਗਿਆ ਹੀ ਨਹੀਂ। ਕਿਹੜੇ ਮੂੰਹ ਨਾਲ ਜਾਵਾਂ ਮੈਂ ਘਰ? ਜਾਂਦਾ ਤੇ ਗਿੱਟੀਆਂ ਗਿਣਦਾ ਜਾਂਦਾ ਇਹ ਸੀ ਨਾ ਵੀ ਮੈਂ ਮਿਲੂੰਗਾ ਕਿਵੇਂ, ਕਿਉਂਕਿ ਜਾਣ ਪਹਿਚਾਣ ਉੱਥੇ ਨਹੀਂ ਸੀ ਕੋਈ, ਵੀ ਕੌਣ ਮਿਲਾਊਗਾ। ਅਤੇ ਆਉਂਦਿਆਂ ਹੋਇਆਂ ਹੱਥ ਮਲਦਾ ਆਉਂਦਾ ਸੀ ਵੀ ਜੋ ਲੈਣ ਗਿਆ ਸੀ ਮਿਲਿਆ ਤਾਂ ਕੁਝ ਵੀ ਨਹੀਂ। ਫਿਰ ਮਨ ਦੇ ਵਿੱਚ ਸੰਦੇਹ ਪੈਦਾ ਹੋ ਜਾਂਦਾ ਹੈ ਜਿਸ ਤਰ੍ਹਾਂ ਸੋਚ ਕੇ ਵੀ ਕਮ ਸੇ ਕਮ ਕ੍ਰਿਸ਼ਨ ਨੂੰ ਤਾਂ ਪੁੱਛਣਾ ਹੀ ਚਾਹੀਦਾ ਸੀ ਨਾ ਵੀ ਤੇਰੇ ਘਰ ਦੀ ਹਾਲਤ ਕੈਸੀ ਹੈ, ਕੈਸਾ ਗੁਜ਼ਾਰਾ ਚੱਲਦਾ, ਕਿੱਦਾਂ ਕਾਰੋਬਾਰ ਚੱਲਦਾ। ਉਹਨੇ ਵੀ ਨਹੀਂ ਪੁੱਛਿਆ। ਨਾਲੇ ਲੋਕ ਕਹਿੰਦੇ ਜਾਣੀ ਜਾਣ ਹੈ, ਜਾਣੀ ਜਾਣ ਕੀ ਹੋਇਆ, ਅਤੇ ਮੈਨੂੰ ਬਾਹਰੋਂ ਹੀ ਦੇਖ ਲੈਂਦਾ, ਮੇਰੀ ਧੋਤੀ ਨੂੰ, ਮੇਰੇ ਸਰੀਰ ਨੂੰ, ਤੇ ਕਮ ਸੇ ਕਮ ਕੁਛ ਨਾ ਕੁਛ ਤਾਂ ਦਿੰਦਾ ਹੀ ਨਾ। ਉੱਥੇ ਫਿਰ ਸੰਦੇਹ ਪੈਦਾ ਹੋ ਗਿਆ ਕ੍ਰਿਸ਼ਨ। ਇੱਦਾਂ ਮਨ ਕਰਦਾ ਹੈ, ਇੱਦਾਂ ਡੋਲਦਾ ਹੈ ਮਨ। ਇਹ ਹਰ ਇੱਕ ਦਾ ਡੋਲਦਾ ਹੈ ਭਗਤੀ ਭਾਵਨਾ ਵਾਲੇ ਦਾ। ਕਦੇ ਮਨ ਪੋਜੀਟਿਵ ਹੋ ਜਾਵੇਗਾ ਪ੍ਰੇਮ ਦੇ ਵਿੱਚ ਅਤੇ ਗੁਣ ਹੀ ਗੁਣ ਨਜ਼ਰ ਆਉਣਗੇ, ਅਤੇ ਜਦੋਂ ਨੈਗੇਟਿਵ ਦੇ ਵਿੱਚ ਚਲੇ ਜਾਵੇਗਾ ਫਿਰ ਔਗਣ ਦਿਖਣ ਲੱਗ ਜਾਣਗੇ। ਜਿਵੇਂ ਸੁਦਾਮੇ ਨੂੰ ਕ੍ਰਿਸ਼ਨ ਦੇ ਵਿੱਚ ਔਗਣ ਦਿਖਣ ਲੱਗ ਗਏ ਵੀ ਲੋਕ ਕਹਿੰਦੇ ਉਹ ਗਰੀਬਾਂ ਦਾ ਮਸੀਹਾ ਹੈ, ਦਾਤਾ ਹੈ। ਇਵੇਂ ਮਨ ਦੇ ਵਿੱਚ ਸੰਦੇਹ ਲੈ ਕੇ ਬੜਾ ਹੀ ਦੁਖੀ ਪਰੇਸ਼ਾਨ ਹੁੰਦਾ ਹੋਇਆ ਘਰ ਨੂੰ ਆ ਰਿਹਾ ਹੈ। ਜਾਂ ਘਰ ਦੇ ਕੋਲੇ ਆ ਕੇ ਕੀ ਦੇਖਦਾ ਹੈ ਸਾਹਮਣੇ, ਜਿੱਥੇ ਟੁੱਟੀ ਹੋਈ ਛੰਨ ਸੀ ਉੱਥੇ ਬਹੁਤ ਸੁੰਦਰ ਛੰਨ ਬਣੀ ਹੋਈ ਹੈ, ਅਤੇ ਬਹੁਤ ਸੁੰਦਰ ਕੱਪੜੇ ਪਾਏ ਹੋਏ ਕੁਛ ਬੱਚੇ ਬਾਹਰ ਖੇਡ ਰਹੇ ਹਨ। ਉਹ ਹੈਰਾਨ ਹੋ ਗਿਆ ਵੀ ਮੈਂ ਆਪਣੇ ਘਰ ਆਇਆ ਹਾਂ, ਕਿਤੇ ਭੁੱਲ ਤਾਂ ਨਹੀਂ ਗਿਆ ਪਰੇਸ਼ਾਨੀ ਦੇ ਵਿੱਚ। ਜਾਂ ਕੀ ਦੇਖਦਾ ਹੈ ਵੀ ਬਹੁਤ ਸੁੰਦਰ ਵਸਤਰਾਂ ਦੇ ਵਿੱਚ ਰਾਣੀਆਂ ਵਾਂਗੂ ਸਜੀ ਹੋਈ ਉਹਦੇ ਘਰ ਵਾਲੀ ਬਾਹਰ ਆ ਰਹੀ। ਸੁਦਾਮੇ ਦੇ ਬੋਲਣ ਤੋਂ ਪਹਿਲਾਂ ਹੀ ਉਹਨੇ ਬੋਲਣਾ ਸ਼ੁਰੂ ਕਰਤਾ ਵੀ ਤੇਰਾ ਮਿੱਤਰ ਵਾਕਿਆ 'ਚ ਮਹਾਨ ਹੈ, ਉਹ ਬੜਾ ਕਿਰਪਾਲੂ ਹੈ, ਉਹ ਬੜਾ ਦਿਆਲੂ ਹੈ,
ਉਹਨੇ ਸਭ ਕੁਛ ਹੀ ਭਰ ਦਿੱਤਾ ਘਰ ਦੇ ਵਿੱਚ, ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦਿੱਤੀ। ਇਹ ਸੁਣ ਕੇ ਸੁਦਾਮਾ ਤਾਂ ਹੀ ਰੋਣ ਲੱਗ ਪਿਆ ਵੀ ਮੈਂ ਆਪਣੇ ਪਿਆਰੇ ਮੋਹਨ ਬਾਬਤ ਕੈਸਾ ਸੋਚਣ ਲੱਗ ਪਿਆ, ਐਸੇ ਕੈਸੇ ਖਿਆਲ ਆ। ਫਿਰ ਆਪਣੇ ਆਪ ਨੂੰ ਲਾਹਨਤਾਂ ਪਾਉਣ ਲੱਗ ਪਿਆ। ਜਦੋਂ ਫਿਰ ਇੱਦਾਂ ਮਨ ਪਛਤਾਉਂਦਾ ਹੈ ਨਾ, ਤੇ ਪ੍ਰੇਮ ਹੋਰ ਗਹਿਰਾ ਹੁੰਦਾ ਹੈ। ਫਿਰ ਪ੍ਰੇਮ ਗਹਿਰਾ ਹੋਇਆ ਸੁਦਾਮੇ ਦਾ। ਫਿਰ ਜਾਣਿਆ ਵੀ ਵਾਸਤਵਿਕ ਦੇ ਵਿੱਚ ਕੈਸਾ ਹੈ ਕ੍ਰਿਸ਼ਨ, ਕੈਸਾ ਹੈ ਮੋਹਨ। ਉਹ ਅੰਤਰਜਾਮੀ ਹੈ, ਅੰਤਰ ਹੀ ਹੈ। ਫਿਰ ਉਹਨੇ ਆਪਣੇ ਅੰਦਰ ਮਹਿਸੂਸ ਕੀਤਾ ਨਿਕਟ ਬਸ ਹੈ। ਫਿਰ ਉਹਨੇ ਕਿਹਾ ਹੈ, ਹੋਏ ਕਿਰਪਾਲ ਗੁਰ ਲਾਹੇ ਪਾਰ ਦੋ, ਮਿਲੋ ਲਾਲ ਮਨ ਹਰਈਆ। ਮੇਰਾ ਪਰਦਾ ਲੱਥ ਗਿਆ, ਤੇ ਪਰਦਾ ਲੱਥ ਗਿਆ ਨਿਕਟ ਪੇਖਿਆ। ਪਰਦਾ ਹੈ ਮੈਂ ਦਾ, ਹਉਂ ਦਾ, ਤੇ ਹਉਂ ਦੇ ਕਾਰਨ ਹੀ ਸੰਦੇਹ ਪੈਦਾ ਹੋ ਜਾਂਦਾ ਹੈ, ਤੇ ਪਿਆਰਾ ਦੂਰ ਨਜ਼ਰ ਆਉਂਦਾ ਹੈ। ਤੇ ਜਦੋਂ ਹਉਂ ਮਿਟ ਜਾਂਦੀ ਹੈ, ਸੰਦੇਹ ਡਿੱਗ ਪੈਂਦਾ ਹੈ, ਫਿਰ ਪ੍ਰੇਮ ਘਟਦਾ ਹੈ, ਤੇ ਉਹ ਪਿਆਰਾ ਨਿਕਟ ਦਿਖਾਈ ਦਿੰਦਾ ਹੈ, ਅੰਦਰ ਹੀ ਦਿਖਾਈ ਦਿੰਦਾ ਹੈ। ਏਕਤਾ ਦਾ ਅਨੁਭਵ ਹੁੰਦਾ ਹੈ। ਜਿੰਨਾ ਚਿਰ ਹਉਂ ਹੈ ਉਹਨਾਂ ਚਿਰ ਕਿਰਣਾ ਹੈ, ਸੰਦੇਹ ਹੈ, ਤਰਕ ਹੈ। ਤਾਂ ਸਤਿਗੁਰੂ ਜੀ ਹਉਂ ਨੂੰ ਮਿਟਾਉਣ ਵਾਸਤੇ ਪ੍ਰੇਮ ਦੇ ਬਾਣ ਚਲਾਉਂਦੇ ਰਹਿੰਦੇ ਹਨ। ਤੇ ਅਗਰ ਸਾਧਕ ਹਉਂ ਨੂੰ ਮਿਟਾਉਣਾ ਚਾਹੁੰਦਾ ਹੈ, ਸਾਹਮਣੇ ਖੜਾ ਰਹਿੰਦਾ ਹੈ, ਕਹਿੰਦਾ ਹੈ ਮੈਨੂੰ ਮਿਟਾਓ, ਫਿਰ ਬਾਣ ਲੱਗਦਾ ਹੈ। ਲਾਗਤ ਹੀ ਪੋਇੰ ਗਿਰ ਭਰਿਆ, ਭਰਿਆ ਕਰੀ ਜੇ ਸ਼ੇਖ। ਭਾਵ ਕਿ ਆਰ ਪਾਰ ਹੋ ਗਿਆ, ਦਵੈਤ ਮਿਟ ਗਈ। ਫਿਰ ਸਭ ਪਾਸੇ ਮੋਹਨ ਹੀ ਮੋਹਨ ਦਿਖਾਈ ਦਿੰਦਾ ਹੈ।